ਅਡੋਲਫ ਹਿਟਲਰ ਉਹ ਵਿਅਕਤੀ ਜਿਸ ਤੋਂ ਅੱਜ ਵੀ ਕਈ ਲੋਕ ਨਫ਼ਰਤ ਕਰਦੇ ਹਨ ਅਤੇ ਨਫ਼ਰਤ ਕਰਨ ਵੀ ਕਿਉਂ ਨਾ, ਕਿਉਂਕਿ ਇਹ ਉਹੀ ਵਿਅਕਤੀ ਸੀ ਜਿਸ ਦੇ ਕਾਰਨ ਕਰੋੜਾਂ ਹੀ ਲੋਕਾਂ ਦੀਆਂ ਜਾਨਾਂ ਗਈਆਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਆਪਣੇ ਚੈਨਲ 'ਤੇ ਪਹਿਲੀ ਬਾਇਓਗ੍ਰਾਫੀ ਦੇ ਨਾਲ। ਇਹ ਵੀਡੀਓ ਵਿਲੇਜਰ ਕਿੰਗ ਬਾਈ ਦੇ ਕਮੈਂਟ 'ਤੇ ਬਣਾਈ ਗਈ ਹੈ। ਤੁਸੀਂ ਵੀ ਆਪਣੀ ਪਸੰਦ ਦੀ ਵੀਡੀਓ ਬਣਵਾਉਣ ਦੇ ਲਈ ਕਮੈਂਟ ਜ਼ਰੂਰ ਕਰ ਸਕਦੇ ਹੋ। ਸੋ ਆਓ ਹੁਣ ਗੱਲ ਕਰਦੇ ਹਾਂ ਹਿਟਲਰ ਬਾਰੇ। ਹਿਟਲਰ ਦਾ ਜਨਮ 20 ਅਪ੍ਰੈਲ 1879 ਨੂੰ ਬੌਨ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ। ਹਿਟਲਰ ਨੇ ਆਪਣੀ ਮੁੱਢਲੀ ਐਜੂਕੇਸ਼ਨ ਲਿੰਜ ਨਾਮਕ ਸਥਾਨ ਤੋਂ ਹੀ ਪ੍ਰਾਪਤ ਕੀਤੀ। ਤੁਹਾਨੂੰ ਇਹ ਦੱਸ ਦਈਏ ਕਿ ਹਿਟਲਰ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ। ਉਸ ਦੀ ਤਮੰਨਾ ਇਹ ਸੀ ਕਿ ਉਹ ਵੱਡਾ ਹੋ ਕੇ ਚਰਚ ਦਾ ਇੱਕ ਫਾਦਰੀ ਬਣੇ, ਪਰ ਕਿਸੇ ਨੇ ਕਿਹਾ ਹੈ ਨਾ ਕਿ ਰੱਬ ਦੀ ਮਰਜ਼ੀ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲ ਸਕਦਾ। ਹਿਟਲਰ ਦਾ ਇਹ ਖੁਆਬ ਹੀ ਬਣਿਆ ਰਹਿ ਗਿਆ। 1903 ਵਿੱਚ ਹਿਟਲਰ ਦੇ ਪਿਤਾ ਅਲੋਇਸ ਹਿਟਲਰ ਦੀ ਮੌਤ ਤੋਂ ਬਾਅਦ ਹਿਟਲਰ ਦੇ ਬੁਰੇ ਤੋਂ ਵੀ ਬੁਰੇ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ। ਉਹ ਇੱਕ ਟਾਈਮ ਦੀ ਰੋਟੀ ਦੇ ਲਈ ਵੀ ਮਜਬੂਰ ਹੋ ਗਿਆ ਸੀ। ਆਪਣੇ ਬੁਰੇ ਦਿਨਾਂ ਵਿੱਚ ਹਿਟਲਰ ਨੇ ਲੇਬਰ ਦਾ ਤੇ ਪੇਂਟਿੰਗ ਦਾ ਵੀ ਕੰਮ ਕੀਤਾ। ਇਹ ਉਹੀ ਸਮਾਂ ਸੀ ਜਦੋਂ ਹਿਟਲਰ ਦੇ ਮਨ ਦੇ ਵਿੱਚ ਯਹੂਦੀਆਂ ਦੇ ਪ੍ਰਤੀ ਨਫ਼ਰਤ ਪੈਦਾ ਹੋ ਗਈ। 1913 ਦੇ ਵਿੱਚ ਹਿਟਲਰ ਜਰਮਨੀ ਦੇ ਮਿਊਨਿਖ ਸ਼ਹਿਰ ਦੇ ਵਿੱਚ ਸ਼ਿਫਟ ਹੋ ਗਿਆ। ਇੱਥੇ ਆਉਣ ਸਾਰ ਹੀ ਉਸਨੇ ਜਰਮਨ ਆਰਮੀ ਨੂੰ ਜੁਆਇਨ ਕਰਨ ਦਾ ਫੈਸਲਾ ਲਿਆ। ਉਸਨੇ ਜਰਮਨ ਆਰਮੀ ਨੂੰ ਜੁਆਇਨ ਕਰਨ ਦੇ ਲਈ ਐਪਲੀਕੇਸ਼ਨ ਦੇ ਦਿੱਤੀ, ਜੋ ਕਿ 1914 ਦੇ ਵਿੱਚ ਮਨਜ਼ੂਰ ਹੋ ਗਈ ਅਤੇ ਉਸਨੂੰ ਜਰਮਨ ਆਰਮੀ ਦੇ ਵਿੱਚ ਨੌਕਰੀ ਮਿਲ ਗਈ। ਜਰਮਨੀ ਹਿਟਲਰ ਨੂੰ ਬਚਪਨ ਤੋਂ ਹੀ ਪਸੰਦ ਸੀ, ਇਸ ਲਈ ਉਸਨੇ ਜੰਗ ਦੇ ਵਿੱਚ ਬਹੁਤ ਹੀ ਵਧੀਆ ਪਰਫਾਰਮੈਂਸ ਦਿਖਾਈ ਅਤੇ ਜਰਮਨ ਆਰਮੀ ਨੇ ਹਿਟਲਰ ਦੀ ਬਹਾਦਰੀ ਦੇ ਲਈ ਉਸਨੂੰ ਕਈ ਇਨਾਮ ਵੀ ਦਿੱਤੇ। ਵਰਲਡ ਵਾਰ 1 ਦੇ ਵਿੱਚ ਜਰਮਨ ਦੇ ਸਰੈਂਡਰ ਕਰ ਦੇਣ ਦੇ ਨਾਲ ਹਿਟਲਰ ਬਹੁਤ ਹੀ ਉਦਾਸ ਹੋ ਗਿਆ। ਤੁਹਾਨੂੰ ਇੱਕ ਖਾਸ ਗੱਲ ਦੱਸ ਦਈਏ ਕਿ ਇਸ ਲੜਾਈ ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਵੱਲੋਂ ਹਿਟਲਰ ਦੀ ਜਾਨ ਭੀਖ ਦੇ ਤੌਰ ਤੇ ਬਖਸ਼ੀ ਗਈ ਸੀ। ਸੰਨ 1919 ਵਿੱਚ ਹਿਟਲਰ ਨੇ DAP ਨਾਮ ਦੀ ਇੱਕ ਪਾਰਟੀ ਦੇ ਵਿੱਚ ਪੈਰ ਰੱਖਿਆ। ਹਿਟਲਰ ਹੁਣ ਰਾਜਨੀਤਿਕ ਸਾਈਡ ਤੇ ਆ ਗਿਆ ਸੀ। ਇਹ ਪਾਰਟੀ ਯਹੂਦੀਆਂ ਦੇ ਖਿਲਾਫ ਸੀ। ਹਿਟਲਰ ਦਾ ਇਸ ਪਾਰਟੀ ਨੂੰ ਜੁਆਇਨ ਕਰਨ ਦਾ ਇਹ ਸਭ ਤੋਂ ਮੇਨ ਪੁਆਇੰਟ ਸੀ। ਇਸ ਪਾਰਟੀ ਨੂੰ ਜੁਆਇਨ ਕਰਕੇ ਹਿਟਲਰ ਦੀ ਯਹੂਦੀਆਂ ਦੇ ਪ੍ਰਤੀ ਨਫ਼ਰਤ ਹੋਰ ਵੱਧ ਚੁੱਕੀ ਸੀ। DAP ਪਾਰਟੀ ਦਾ ਨਾਮ ਬਦਲ ਕੇ ਨਾਜ਼ੀ ਪਾਰਟੀ ਰੱਖ ਦਿੱਤਾ ਗਿਆ ਸੀ। ਇਸ ਪਾਰਟੀ ਦੇ ਵਿੱਚ ਕੰਮ ਕਰਦਿਆਂ ਹਿਟਲਰ ਯਹੂਦੀਆਂ ਦੇ ਖਿਲਾਫ ਭੜਕਾਊ ਸਪੀਚਾਂ ਦੇ ਕੇ ਲੋਕਾਂ ਦਾ ਪ੍ਰਿਯ ਬਣਦਾ ਗਿਆ। ਇਸ ਦੌਰ ਦੇ ਵਿੱਚ ਵਰਲਡ ਵਾਰ 1 ਖਤਮ ਹੋ ਕੇ ਹੀ ਹਟੀ ਸੀ ਤੇ ਜਰਮਨ ਦੀ ਆਰਥਿਕ ਸਥਿਤੀ ਵੀ ਹੁਣ ਜ਼ਿਆਦਾ ਚੰਗੀ ਨਹੀਂ ਸੀ। ਹਿਟਲਰ ਨੇ ਲੋਕਾਂ ਨੂੰ ਇੱਥੇ ਵੀ ਆਪਣੀ ਸਪੀਚ ਦੇ ਨਾਲ ਪ੍ਰਭਾਵਿਤ ਕੀਤਾ ਅਤੇ ਦੇਸ਼ ਦੀ ਆਰਥਿਕ ਹਾਲਤ ਸੁਧਾਰਨ ਦੇ ਵਾਅਦੇ ਕੀਤੇ। ਹਿਟਲਰ ਦੀ ਲੋਕਪ੍ਰਿਯਤਾ ਹੁਣ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਇਸ ਗੱਲ ਨੂੰ ਦੇਖਦਿਆਂ ਉਸਨੂੰ ਨਾਜ਼ੀ ਪਾਰਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ। ਵਰਲਡ ਵਾਰ 1 ਦੇ ਤੱਕ ਜਿਸ ਹਿਟਲਰ ਨੂੰ ਕੋਈ ਵੀ ਨਹੀਂ ਜਾਣਦਾ ਸੀ, ਹੁਣ ਉਹ ਅਖਬਾਰਾਂ ਦੀਆਂ ਹੈਡਲਾਈਨਸ ਦੇ ਵਿੱਚ ਆਉਣ ਲੱਗ ਪਿਆ। ਹਿਟਲਰ ਨੇ ਜਰਮਨੀ ਦੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਕੰਮ ਦੇ ਵਿੱਚ ਅਸਫਲ ਰਿਹਾ। ਬਾਅਦ ਵਿੱਚ ਸਾਲ 1924 ਨੂੰ ਦੇਸ਼ ਨਾਲ ਧੋਖਾ ਕਰਨ ਦੇ ਚੱਕਰ ਦੇ ਵਿੱਚ ਹਿਟਲਰ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ। 5 ਸਾਲ ਦੀ ਸਜ਼ਾ ਦੇ ਵਿੱਚੋਂ ਹਿਟਲਰ ਨੂੰ ਸਿਰਫ 13 ਮਹੀਨਿਆਂ ਦੀ ਹੀ ਸਜ਼ਾ ਦਿੱਤੀ ਗਈ। ਇਹਨਾਂ 13 ਮਹੀਨਿਆਂ ਦੇ ਵਿੱਚ ਹਿਟਲਰ ਨੇ ਮੇਨ ਕੈਂਪ ਨਾਮ ਦੀ ਕਿਤਾਬ ਵੀ ਲਿਖੀ। ਹਿਟਲਰ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਰਮਨੀ ਦੀ ਆਰਥਿਕ ਸਥਿਤੀ ਵੀ ਹੁਣ ਸੁਧਰਨ ਲੱਗੀ ਸੀ। ਹੁਣ ਹਿਟਲਰ ਨੇ ਕੁਝ ਅਜਿਹਾ ਕਰਨਾ ਸੀ ਜਿਸ ਦੇ ਨਾਲ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਆ ਸਕੇ। ਹਿਟਲਰ ਨੂੰ ਇਹ ਮੌਕਾ ਮਿਲਿਆ ਜਦੋਂ ਜਰਮਨੀ ਦੀ ਸਟਾਕ ਮਾਰਕੀਟ ਨੂੰ ਭਾਰੀ ਘਾਟਾ ਪੈਣ ਲੱਗਾ। ਲੱਖਾਂ ਹੀ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਹਿਟਲਰ ਫਿਰ ਤੋਂ ਆਪਣੀਆਂ ਸਪੀਚਾਂ ਦੇ ਰਾਹੀਂ ਜਰਮਨੀ ਦੇ ਹਾਲਾਤ ਸੁਧਾਰਨ ਦੇ ਵਾਅਦੇ ਲੋਕਾਂ ਨਾਲ ਕਰਨ ਲੱਗਾ। 1932 ਵਿੱਚ ਹਿਟਲਰ ਨੇ ਦੁਬਾਰਾ ਰਾਸ਼ਟਰਪਤੀ ਦੀਆਂ ਚੋਣਾਂ ਲੜੀਆਂ, ਪਰ ਇੱਕ ਵਾਰ ਫਿਰ ਤੋਂ ਉਸ ਦੇ ਹੱਥ ਹਾਰ ਹੀ ਲੱਗੀ। ਅਗਲੇ ਸਾਲ 1933 ਵਿੱਚ ਹਿਟਲਰ ਨੇ ਚਾਂਸਲਰ ਆਫ ਜਰਮਨੀ ਦੀਆਂ ਵੋਟਾਂ ਜਿੱਤ ਲਈਆਂ। ਇਹਨਾਂ ਵੋਟਾਂ ਨੂੰ ਜਿੱਤਣ ਤੋਂ ਬਾਅਦ ਹੀ ਹਿਟਲਰ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਰਾਸ਼ਟਰਪਤੀ ਦੀ ਮੌਤ ਹੋਣ ਤੋਂ ਬਾਅਦ ਹਿਟਲਰ ਨੇ ਆਪਣੇ ਆਪ ਨੂੰ ਧੱਕੇ ਨਾਲ ਹੀ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਹਿਟਲਰ ਨੇ SDP ਯਾਨੀ ਕਿ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਨੂੰ ਬੈਨ ਕਰ ਦਿੱਤਾ। ਇਸ ਪਾਰਟੀ ਨੂੰ ਬੈਨ ਕਰਨ ਤੋਂ ਬਾਅਦ ਜਰਮਨ ਦੇ ਰਾਸ਼ਟਰਪਤੀ ਯਾਨੀ ਕਿ ਹਿਟਲਰ ਨੇ ਆਪਣੀ ਸੈਨਾ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਤੇ ਸੈਨਾ ਦੇ ਸ਼ਕਤੀਸ਼ਾਲੀ ਹੋਣ ਤੇ ਹੀ ਹਿਟਲਰ ਨੇ ਸਾਲ 1939 ਨੂੰ ਆਪਣੇ ਗੁਆਂਢੀ ਦੇਸ਼ਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਹਮਲਿਆਂ ਦੇ ਕਾਰਨ ਹੀ ਸ਼ੁਰੂਆਤ ਹੋਈ ਵਰਲਡ ਵਾਰ 2 ਦੀ। ਇਸ ਦੇ ਵਿੱਚ ਕੁੱਲ 30 ਦੇਸ਼ਾਂ ਨੇ ਹਿੱਸਾ ਲਿਆ ਤੇ ਇਸ ਯੁੱਧ ਦੇ ਵਿੱਚ ਕਰੋੜਾਂ ਹੀ ਲੋਕਾਂ ਦੀ ਜਾਨ ਚਲੀ ਗਈ। ਇਸ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਤਾਂ ਹਿਟਲਰ ਦੀ ਨਾਜ਼ੀ ਪਾਰਟੀ ਬਹੁਤ ਹੀ ਸ਼ਕਤੀਸ਼ਾਲੀ ਰਹੀ, ਪਰ ਹੌਲੀ ਹੌਲੀ ਇਹਨਾਂ ਦੀ ਤਾਕਤ ਘੱਟ ਹੁੰਦੀ ਗਈ। ਹਿਟਲਰ ਨੂੰ ਵੀ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਸੀ। 29 ਅਪ੍ਰੈਲ 1945 ਨੂੰ ਹਿਟਲਰ ਨੇ ਆਪਣੀ ਤੀਸਰੀ ਮੈਰਿਜ ਕੀਤੀ। ਦੂਸਰੇ ਦੇਸ਼ਾਂ ਦੀਆਂ ਫੌਜਾਂ ਨੂੰ ਆਪਣੇ ਨੇੜੇ ਆਉਂਦਿਆਂ ਦੇਖ ਕੇ ਹਿਟਲਰ ਨੇ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ ਤੇ ਹਿਟਲਰ ਦੀ ਪਤਨੀ ਨੇ ਵੀ ਉਸ ਤੋਂ ਤੁਰੰਤ ਬਾਅਦ ਆਪਣੀ ਜਾਨ ਦੇ ਦਿੱਤੀ। ਹਿਟਲਰ ਦੀ ਮੌਤ ਦੀ ਖਬਰ ਸੁਣ ਕੇ ਪੂਰੇ ਵਿਸ਼ਵ ਦੇ ਲੋਕ ਬਹੁਤ ਹੀ ਖੁਸ਼ ਹੋਏ ਅਤੇ ਕਈ ਥਾਵਾਂ ਤੇ ਤਾਂ ਇਸ ਗੱਲ ਦਾ ਜਸ਼ਨ ਵੀ ਮਨਾਇਆ ਗਿਆ। ਦੂਸਰੇ ਵਿਸ਼ਵ ਯੁੱਧ ਦਾ ਅੰਤ ਵੀ ਹਿਟਲਰ ਦੀ ਮੌਤ ਤੋਂ ਬਾਅਦ ਤੁਰੰਤ ਹੋ ਗਿਆ ਸੀ। ਸੋ ਹਿਟਲਰ ਬਾਰੇ
ਬਾਰੇ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਸੋ ਜਲਦ ਪੇਸ਼ ਹੋਵਾਂਗੇ ਨਵੀਂ ਵੀਡੀਓ ਦੇ ਨਾਲ।